ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮੈਂ ਹਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੇ ਅੱਜ ਅਸੀਂ ਕਰਾਂਗੇ ਪੰਜਾਬੀ ਜਮਾਤ 6ਵੀਂ ਪਹਿਲੀ ਪਾਤਸ਼ਾਹ ਦਾ 13ਵਾਂ ਪਾਠ ਦਾ ਨਾਂ ਹੈ ਭਗਤ ਕਬੀਰ ਜੀ। ਇਹ ਪਾਠ ਇੱਕ ਜੀਵਨੀ ਹੈ ਜਿਸ ਦੇ ਲੇਖਕ ਹਨ ਡਾਕਟਰ JS ਗਰੇਵਾਲ। ਦੋਸਤੋ, ਪਹਿਲਾਂ ਅਸੀਂ ਇਸ ਪਾਠ ਨੂੰ ਪੜਾਂਗੇ ਅਤੇ ਇਸ ਦਾ ਅਧਿਐਨ ਕਰਾਂਗੇ ਤੇ ਉਸ ਤੋਂ ਬਾਅਦ ਇਸ ਪਾਠ ਦਾ ਅਭਿਆਸ ਹੱਲ ਕਰਾਂਗੇ। ਤੇ ਜੇ ਤੁਸੀਂ ਅਜੇ ਤੱਕ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਨਾਲ ਹੀ ਨੋਟੀਫਿਕੇਸ਼ਨ ਆਈਕਨ ਦੀ ਘੰਟੀ ਵੀ ਵਜਾ ਦਿਓ ਤਾਂ ਕਿ ਅਸੀਂ ਜਦੋਂ ਵੀ ਤੁਹਾਡੇ ਲਈ ਨਵੇਂ ਵੀਡੀਓਜ਼ ਲੈ ਕੇ ਆਈਏ ਤੁਹਾਨੂੰ ਉਹਨਾਂ ਦੀ ਨੋਟੀਫਿਕੇਸ਼ਨ ਮਿਲ ਜਾਏ। ਆਓ ਸ਼ੁਰੂ ਕਰਦੇ ਹਾਂ। ਕਬੀਰ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਤੇ 15ਵੀਂ ਸਦੀ ਦਾ ਸਮਾਂ ਹੈਗਾ ਉਹ 1400 ਤੇ 1500 ਜਿਹੜੇ ਈਸਵੀ ਹੈ ਉਸ ਦੇ ਵਿਚਕਾਰ ਦੇ ਸਮੇਂ ਨੂੰ ਕਿਹਾ ਜਾਂਦਾ ਤੇ ਇਸ ਸਮੇਂ ਦੇ ਵਿੱਚ ਕਬੀਰ ਜੀ ਦਾ ਜਨਮ ਹੋਇਆ। ਆਪ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਤੇ ਨਮੋਸ਼ੀ ਦਾ ਕੀ ਅਰਥ ਹੁੰਦਾ? ਨਮੋਸ਼ੀ ਦਾ ਅਰਥ ਹੁੰਦਾ ਨਿਰਾਦਰੀ, ਬਦਨਾਮੀ ਜਾਂ ਨਿੰਦਾ। ਤੇ ਇਸ ਦਾ ਅਰਥ ਹੈ ਕਿ ਜਿਹੜੇ ਲੋਕ ਨੀਵੀਂ ਜਾਤ ਦੇ ਹੁੰਦੇ ਸੀਗੇ ਉਸ ਸਮੇਂ ਉਹਨਾਂ ਦਾ ਨਿਰਾਦਰ ਕੀਤਾ ਜਾਂਦਾ ਸੀਗਾ। ਇਹਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ, ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ। ਕਬੀਰ ਜੀ ਜਦੋਂ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਜਾਗੀ, ਪਰ ਕੋਈ ਵਿਦਵਾਨ ਉਹਨਾਂ ਦਾ ਗੁਰੂ ਬਣਨ ਲਈ ਤਿਆਰ ਨਹੀਂ ਸੀ ਕਿਉਂਕਿ ਕਬੀਰ ਜੀ ਦੀ ਜਾਤ ਨੀਵੀਂ ਸਮਝੀ ਜਾਂਦੀ ਸੀ। ਉਹਨਾਂ ਦਿਨਾਂ ਵਿੱਚ ਕਾਸ਼ੀ ਵਿੱਚ ਪੰਡਿਤ ਰਾਮਾਨੰਦ ਜੀ ਬੜੇ ਵਿਦਵਾਨ ਸਨ। ਉਹ ਜਾਤ ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਵੀ ਕਰਦੇ ਸਨ। ਜਦੋਂ ਕਬੀਰ ਜੀ ਨੇ ਉਹਨਾਂ ਕੋਲ ਸਿੱਖਿਆ ਲੈਣੀ ਚਾਹੀ ਤਾਂ ਉਹ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਤੇ ਰਾਮਾਨੰਦ ਜੀ ਨੇ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਅਖੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਹੋਰ ਅਨੋਖਾ ਰਾਹ ਲੱਭਿਆ। ਹੁਣ ਉਹਨਾਂ ਨੇ ਕੋਈ ਹੋਰ ਰਾਹ ਲੱਭਿਆ ਜਿਸ ਤਰ੍ਹਾਂ ਉਹ ਰਾਮਾਨੰਦ ਜੀ ਤੋਂ ਹੀ ਸਿੱਖਿਆ ਪ੍ਰਾਪਤ ਕਰ ਲੈਣ। ਕਬੀਰ ਜੀ ਨੂੰ ਪਤਾ ਸੀ ਕਿ ਰਾਮਾਨੰਦ ਜੀ ਰੋਜ਼ ਸਵੇਰੇ ਗੰਗਾ ਵਿੱਚ ਇਸ਼ਨਾਨ ਕਰਨ ਆਉਂਦੇ ਹਨ। ਇੱਕ ਦਿਨ ਉਹ ਸਵੇਰੇ ਮੂੰਹ ਹਨੇਰੇ ਹੀ ਰਾਮਾਨੰਦ ਜੀ ਦੇ ਰਾਹ ਵਿੱਚ ਆ ਕੇ ਲੇਟ ਗਏ। ਸਵੇਰੇ ਮੂੰਹ ਹਨੇਰੇ ਦਾ ਅਰਥ ਹੈ ਜਿਹੜੇ ਬਿਲਕੁਲ ਜਦੋਂ ਸਵੇਰਾ ਹੁੰਦਾ 3-4 ਵਜੇ ਹੁੰਦੇ ਨੇ ਉਸ ਸਮੇਂ ਦਾ ਹਨੇਰੇ ਨੂੰ ਸਵੇਰੇ ਮੂੰਹ ਹਨੇਰੇ ਹੈ ਉਹ ਕਿਹਾ ਗਿਆ ਹੈ। ਰਾਮਾਨੰਦ ਜੀ ਜਦੋਂ ਉਸ ਥਾਂ ਪੁੱਜੇ ਤਾਂ ਉਹਨਾਂ ਨੇ ਕਬੀਰ ਜੀ ਨੂੰ ਬਿਨਾਂ ਪਛਾਣੇ ਹੀ ਕਿਹਾ, ਉੱਠ ਪਈ ਰਾਮ ਕਹੋ। ਤੇ ਕੀ ਹੋਇਆ ਕਿ ਰਾਮਾਨੰਦ ਜੀ ਉਹ ਇਸ਼ਨਾਨ ਕਰਨ ਜਾ ਰਹੇ ਸਨ ਪਰ ਰਸਤੇ ਵਿੱਚ ਕਬੀਰ ਜੀ ਉਹ ਲੇਟ ਗਏ ਸਵੇਰ ਦੇ ਟਾਈਮ। ਤਾਂ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਪਛਾਣਿਆ ਹੀ ਨਹੀਂ ਤੇ ਲੇਟਿਆ ਦੇਖ ਉਹਨਾਂ ਨੇ ਕਿਹਾ ਕਬੀਰ ਜੀ ਨੂੰ, ਉੱਠ ਪਈ ਰਾਮ ਕਹੋ। ਇਸ ਦਾ ਅਰਥ ਹੈ ਕਿ ਉੱਠ ਜਾ ਭਾਈ, ਰਾਮ ਰਾਮ ਕਰ, ਰਾਮ ਦਾ ਨਾਂ ਲੈ। ਤੇ ਰਾਮਾਨੰਦ ਜੀ ਇਹ ਕਹਿ ਕੇ ਗੰਗਾ ਵੱਲ ਗਏ ਤੇ ਕਬੀਰ ਜੀ ਘਰ ਨੂੰ ਆ ਗਏ ਤੇ ਹੁਣ ਉਹ ਇਸ਼ਨਾਨ ਕਰਨ ਚਲੇ ਗਏ। ਰਾਮਾਨੰਦ ਜੀ ਤੇ ਕਬੀਰ ਜੀ ਹੈ ਉਹ ਘਰ ਨੂੰ ਆ ਗਏ। ਇਸ ਤੋਂ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ। ਤੇ ਕੀ ਕੀਤਾ ਕਿ ਕਬੀਰ ਜੀ ਹੁਣ ਰਾਮ ਨਾਮ ਦਾ ਸਿਮਰਨ ਉਹ ਕਰਦੇ ਸੀ, ਰਾਮ ਰਾਮ ਹਮੇਸ਼ਾ ਕਰਦੇ ਰਹਿੰਦੇ ਸੀ ਤੇ ਆਪਣੇ ਆਪ ਨੂੰ ਉਹਨਾਂ ਨੇ ਰਾਮਾਨੰਦ ਜੀ ਦਾ ਸ਼ਾਗਿਰਦ ਉਹ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਰਾਮਾਨੰਦ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਬੀਰ ਜੀ ਨੂੰ ਬੁਲਾਇਆ ਤੇ ਪੁੱਛਿਆ ਕਿ ਉਸ ਨੇ ਉਹਨਾਂ ਪਾਸੋਂ ਕਦੋਂ ਗਿਆਨ ਪ੍ਰਾਪਤ ਕੀਤਾ। ਕਬੀਰ ਜੀ ਨੇ ਉਸ ਦਿਨ ਰਾਹ ਵਿੱਚ ਲੇਟਣ ਵਾਲੀ ਘਟਨਾ ਸੁਣਾਈ ਤੇ ਰਾਮਾਨੰਦ ਜੀ ਨੇ ਫਿਰ ਕਬੀਰ ਜੀ ਨੂੰ ਬੁਲਾ ਕੇ ਪੁੱਛਿਆ ਕਿ ਰਾਮਾਨੰਦ ਜੀ ਤੋਂ ਕਬੀਰ ਜੀ ਨੇ ਗਿਆਨ ਕਦੋਂ ਪ੍ਰਾਪਤ ਕੀਤਾ। ਤੇ ਫਿਰ ਕਬੀਰ ਜੀ ਨੇ ਕਿਹੜੀ ਘਟਨਾ ਸੁਣਾਈ ਉਹ ਮੈਂ ਤੁਹਾਨੂੰ ਦੱਸਦਾ ਹਾਂ ਜੋ ਕਿ ਬੁੱਕ ਵਿੱਚ ਨਹੀਂ ਲਿਖੀ ਹੋਈ। ਤੇ ਕਬੀਰ ਜੀ ਨੇ ਰਾਮਾਨੰਦ ਜੀ ਨੂੰ ਪੁੱਛਿਆ ਕਿ ਵੇਦ ਸ਼ਾਸਤਰ ਵਿੱਚ ਰਾਮ ਨਾਮ ਤੋਂ ਵੱਧ ਕੇ ਕੁਝ ਹੈ ਕਿ ਜਾਂ ਨਹੀਂ ਹੈ। ਤਾਂ ਰਾਮਾਨੰਦ ਜੀ ਨੇ ਉੱਤਰ ਦਿੱਤਾ ਕਿ ਕੁਝ ਨਹੀਂ ਹੈ ਰਾਮ ਨਾਮ ਤੋਂ ਵੱਧ ਕੇ। ਅਤੇ ਇਸ ਤੋਂ ਬਾਅਦ ਕਬੀਰ ਜੀ ਨੇ ਕਿਹਾ ਕਿ ਜਿਹੜੀ ਚੀਜ਼ ਸਭ ਤੋਂ ਵੱਧ ਕੇ ਹੈ, ਰਾਮ ਦਾ ਨਾਂ ਜਿਵੇਂ ਸਭ ਤੋਂ ਵੱਧ ਕੇ ਤੇ ਤੁਸੀਂ ਮੈਨੂੰ ਦੇ ਹੀ ਦਿੱਤਾ ਹੈ, ਤੇ ਫਿਰ ਗੁਰੂ ਤੇ ਸ਼ਿਸ਼ਯ ਦਾ ਰਿਸ਼ਤਾ ਕਿਸ ਤਰ੍ਹਾਂ ਹੁੰਦਾ ਹੈ। ਤੇ ਇਸ ਤਰ੍ਹਾਂ ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਆਪ ਹੀ ਕਬੀਰ ਜੀ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਕਬੀਰ ਜੀ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਕਬੀਰ ਜੀ ਆਪ ਸਾਰੀ ਉਮਰ ਆਪਣੇ ਹੱਥੀਂ ਕਿਰਤ ਕਰਦੇ ਰਹੇ ਵੀ ਆਪਣਾ ਕੰਮ ਹੈ ਆਪਣੇ ਹੱਥੀਂ ਹੀ ਕਰਦੇ ਸੀਗੇ ਉਹ।
ਆਪ ਨੇ ਹਮੇਸ਼ਾ ਹੀ ਨੇਕੀ ਕਰਨ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ। ਕਬੀਰ ਜੀ ਨੇ ਲਿਖਿਆ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਰਥਾਤ ਯਾਨੀ ਕਿ ਇਸ ਦਾ ਅਰਥ ਹੈ ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਾਹੀਦੀ ਹੈ। ਕਿਸੇ ਕਿਸੇ ਬੁੱਕ ਵਿੱਚ ਨਾ ਕਿਰਨ ਲਿਖਿਆ ਹੋਏਗਾ ਤੇ ਕਿਰਨ ਨੂੰ ਤੁਸੀਂ ਕਿਰਤ ਕਰ ਲੈਣਾ, ਨੰਨੇ ਨੂੰ ਤੱਤਾ ਕਰ ਲੈਣਾ। ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਾਹੀਦੀ ਹੈ। ਆਪਣਾ ਮਨ ਰੱਬ ਨਾਲ ਜੋੜਨਾ ਚਾਹੀਦਾ ਹੈ। ਆਪ ਸੱਚਾਈ ਦੇ ਰਸਤੇ ਤੇ ਚੱਲਣ ਲਈ ਆਪਣੀ ਜਾਨ ਤੱਕ ਵਾਰ ਦੇਣ ਦਾ ਉਪਦੇਸ਼ ਦਿੰਦੇ ਸਨ। ਆਪ ਅਨੁਸਾਰ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਆਦਮੀ ਹੀ ਅਸਲੀ ਸੂਰਮਾ ਹੈ। ਤੇ ਹੁਣ ਕਬੀਰ ਜੀ ਕਹਿੰਦੇ ਸਨ ਕਿ ਆਪਣੇ ਅਸੂਲਾਂ ਤੇ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਹੀ ਅਸਲੀ ਸੂਰਮਾ ਹੈ। ਗगन दमामा बाज्यो पर्यो निशाने काओ, खेत जो मांड्यो सूरमा अब जूझन को दाओ। सूरा सो पहचानिए जो लड़े दीन के हेत, पुरजा पुरजा कट मरे कबू न छाड़े खेत। ਤੇ ਇਸ ਦਾ ਅਰਥ ਹੈ ਕਿ ਗगन ਵਿੱਚ ਯਾਨੀ ਕਿ ਅਸਮਾਨ ਵਿੱਚ ਦਮਾਮਾ ਯਾਨੀ ਕਿ ਢੋਲ, ਲੜਾਈ ਦਾ ਢੋਲ ਹੈ, ਉਹ ਵੱਜ ਗਿਆ ਹੈ। ਪਰਿਓ ਨਿਸ਼ਾਨੇ ਕਾਕੀ, ਜਿਹੜੇ ਵੀ ਲੋਕੀ ਲੜ ਰਹੇ ਨੇ ਉਹਨਾਂ ਨੇ ਆਪਣੇ ਨਿਸ਼ਾਨੇ ਹੈ ਉਸ ਲਾ ਲਏ ਨੇ, ਆਪਣੇ ਨਿਸ਼ਾਨੇ ਸੈੱਟ ਕਰ ਲਏ ਨੇ। ਖੇਤ ਜਾ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਤੇ ਜਿਹੜੇ ਸੂਰਮੇ ਹੈਗੇ ਨੇ ਉਹ ਮੈਦਾਨੇ ਜੰਗ ਵਿੱਚ ਆ ਗਏ ਨੇ ਤੇ ਹੁਣ ਲੜਾਈ ਲਈ ਉਹ ਤਿਆਰ ਹੈਗੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਤੇ ਅਸਲੀ ਸੂਰਮਾ ਉਹੀ ਹੈ, ਅਸਲੀ ਸੂਰਮੇ ਦੀ ਪਹਿਚਾਣ ਉਹੀ ਹੈ ਜੋ ਧਰਮ ਲਈ ਲੜ ਰਿਹਾ ਹੈ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਭਾਵੇਂ ਉਸ ਸੂਰਮੇ ਦੇ ਪੁਰਜੇ ਵੀ ਕੱਟ ਜਾਣ ਕਿ ਉਹਨਾਂ ਦੇ ਸਰੀਰ ਦੇ ਕਈ ਹਿੱਸੇ ਵੀ ਹੋ ਜਾਣ, ਪਰ ਉਹਨਾਂ ਨੇ ਜਿਹੜਾ ਮੈਦਾਨੇ ਜੰਗ ਹੈ ਉਸ ਤੋਂ ਪਿੱਛੇ ਨਹੀਂ ਹਟਣਾ। ਉਹਨਾਂ ਨੇ ਲੜਾਈ ਆਪਣੀ ਜਾਰੀ ਰੱਖਣੀ ਹੈ, ਮੈਦਾਨ ਛੱਡ ਕੇ ਨਹੀਂ ਜਾਣਾ। ਉਦੋਂ ਕਾਸ਼ੀ ਵਿੱਚ ਇਹ ਪ੍ਰਚਾਰ ਆਮ ਸੀ ਕਿ ਜਿਸ ਦਾ ਦੇਹਾਂ ਕਾਸ਼ੀ ਵਿੱਚ ਹੋਏਗਾ ਉਹ ਸਵਰਗ ਨੂੰ ਜਾਏਗਾ, ਯਾਨੀ ਕਿ ਜਿਹਦੀ ਮੌਤ ਕਾਸ਼ੀ ਵਿੱਚ ਹੋਏਗੀ ਉਹ ਸਵਰਗ ਨੂੰ ਜਾਏਗਾ। ਕਾਸ਼ੀ ਦੇ ਨੇੜੇ ਇੱਕ ਮਗਹਰ ਨਾਂ ਦੇ ਥਾਂ ਤੇ ਮਰਨ ਵਾਲੇ ਨਰਕ ਨੂੰ ਜਾਣਗੇ। ਭਗਤ ਕਬੀਰ ਜੀ ਸਾਰੀ ਧਰਤੀ ਨੂੰ ਇੱਕੋ ਜਿਹੀ ਸਮਝਦੇ ਸਨ, ਇਸ ਲਈ ਆਪ ਵਡੇਰੀ ਉਮਰ ਵਿੱਚ ਮਗਹਰ ਵਿਖੇ ਪੁੱਜੇ। ਆਪ ਜੀ ਦਾ ਦੇਹਾਂਤ ਇੱਥੇ ਹੀ ਹੋਇਆ। ਇਹਨਾਂ ਦਿਨਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਕਬੀਰ ਜੀ ਨੂੰ ਪਿਆਰ ਕਰਦੇ ਸਨ, ਇੱਥੋਂ ਤੱਕ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਮੁਸਲਮਾਨ ਦਫਨਾਉਣਾ ਚਾਹੁੰਦੇ ਸਨ ਤੇ ਹਿੰਦੂ ਅਗਨੀ ਭੇਟਾ ਕਰਨਾ ਚਾਹੁੰਦੇ ਸਨ। ਪਰ ਭਗਤ ਕਬੀਰ ਜੀ ਤਾਂ ਜਾਤ ਪਾਤ ਨੂੰ ਖਤਮ ਕਰ ਚੁੱਕੇ ਸਨ, ਇਸ ਲਈ ਲੋਕਾਂ ਨੂੰ ਉਹਨਾਂ ਦਾ ਇਹ ਉਪਦੇਸ਼ ਸੀ, ਜਾਤ ਪਾਤ ਨਾ ਪੁੱਛੇ ਕੋਈ, ਹਰ ਕੋ ਭਜੇ ਸੋ ਹਰ ਕਾ ਹੋਏ। ਕਬੀਰ ਜੀ ਦਾ ਕਥਨ ਹੈ ਕਿ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੈ। ਜੋ ਵਿਅਕਤੀ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਸਭ ਤੋਂ ਉੱਪਰ ਹੈ। ਭਗਤ ਕਬੀਰ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਮਨੁੱਖੀ ਜੀਵਨ ਦੀ ਰਹਿਨੁਮਾਈ ਕਰਦੀਆਂ ਹਨ। ਰਹਿਨੁਮਾਈ ਕਰਦੀਆਂ ਦਾ ਅਰਥ ਹੈ ਰਾਹ ਦਿਖਾਉਂਦੀਆਂ ਹਨ ਜਾਂ ਰਸਤਾ ਦਿਖਾਉਂਦੀਆਂ ਹਨ। ਤੇ ਦੋਸਤੋ, ਇਹ ਸੀਗਾ ਪਾਠ ਭਗਤ ਕਬੀਰ ਜੀ। ਹੁਣ ਅਸੀਂ ਇਸ ਦਾ ਪਾਠ ਅਭਿਆਸ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ। ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਆਂ ਸਮਝੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ? ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਇਹਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ, ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ। ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ? ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਰਾਮਾਨੰਦ ਜੀ ਨੂੰ ਬਣਾਇਆ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਨ ਅਤੇ ਜਾਤ ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਵੀ ਕਰਦੇ ਸਨ। ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ?
ਕਬੀਰ ਜੀ ਅਨੁਸਾਰ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਅਸਲੀ ਸੂਰਮਾ ਹੈ। ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ? ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਹੱਥੀਂ ਕਿਰਤ ਕਰਨ, ਰੱਬ ਦਾ ਨਾਮ ਜਪਣ ਅਤੇ ਸੱਚਾਈ ਦੇ ਰਸਤੇ ਤੇ ਚੱਲਣ ਦੀ ਸਿੱਖਿਆ ਦਿੱਤੀ। ਖਾਲੀ ਥਾਵਾਂ ਭਰੋ। ਕਬੀਰ ਜੀ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਕਾਸ਼ੀ ਵਿੱਚ ਪੰਡਿਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ। ਉੱਠ ਭਾਈ ਰਾਮ ਕਹੂ। ਰਾਮਾਨੰਦ ਜੀ ਭਗਤ ਕਬੀਰ ਜੀ ਦੀ ਲਗਨ ਅਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ। ਕਬੀਰ ਜੀ ਨੇ ਹਮੇਸ਼ਾ ਹੀ ਨੇਕੀ ਕਰਨੀ ਅਤੇ ਰੱਬ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ। ਵਾਕਾਂ ਵਿੱਚ ਵਰਤੋ। ਗਿਆਨ। ਕਿਤਾਬਾਂ ਗਿਆਨ ਦਾ ਭੰਡਾਰ ਹਨ। ਸੂਰਮਾ। ਸਰਦਾਰ ਭਗਤ ਸਿੰਘ ਇੱਕ ਮਹਾਨ ਸੂਰਮਾ ਸੀ। ਵਿਦਵਾਨ। ਪੰਡਿਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ। ਸ਼ਾਗਿਰਦ। ਕਬੀਰ ਜੀ ਰਾਮਾਨੰਦ ਜੀ ਦੇ ਸ਼ਾਗਿਰਦ ਅਖਵਾਏ। ਉਪਦੇਸ਼। ਕਬੀਰ ਜੀ ਨੇ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਔਖੇ ਸ਼ਬਦਾਂ ਦੇ ਅਰਥ। ਨਮੋਸ਼ੀ ਦਾ ਅਰਥ ਹੁੰਦਾ ਹੈ ਨਿਰਾਦਰੀ, ਬਦਨਾਮੀ ਜਾਂ ਨਿੰਦਿਆ। ਲਾਲਸਾ, ਇੱਛਾ, ਚਾਹਤ ਜਾਂ ਕਾਮਨਾ। ਅਨੋਖਾ ਦਾ ਅਰਥ ਹੁੰਦਾ ਹੈ ਅਜੀਬ, ਲਗਨ ਦਾ, ਸ਼ੌਂਕ, ਰੁਚੀ ਜਾਂ ਲਿਵ। ਸ਼ਰਧਾ, ਭਰੋਸਾ, ਵਿਸ਼ਵਾਸ, ਵੱਡੇ ਦੇ ਪ੍ਰਤੀ ਮਨ ਵਿੱਚ ਪੈਦਾ ਹੋਣ ਵਾਲਾ ਆਦਰ। ਕਿਰਤ ਦਾ ਅਰਥ ਹੁੰਦਾ ਕੰਮਕਾਜ ਜਾਂ ਪੇਸ਼ਾ। ਦ੍ਰਿੜ, ਪੱਕਾ। ਰਹਿਨੁਮਾਈ, ਰਸਤਾ ਦਿਖਾਉਣਾ। ਤੇ ਦੋਸਤੋ, ਇਹ ਸੀਗਾ ਪੰਜਾਬੀ ਜਮਾਤ 6ਵੀਂ ਪਹਿਲੀ ਪਾਤਸ਼ਾਹ ਦਾ 13ਵਾਂ ਪਾਠ ਭਗਤ ਕਬੀਰ ਜੀ। ਮੈਂ ਉਮੀਦ ਕਰਦਾ ਹਾਂ ਕਿ ਆਪ ਸਾਰਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਅਤੇ ਸਾਡੇ ਨਾਲ ਤੁਸੀਂ ਇਸ ਪਾਠ ਦਾ ਅਭਿਆਸ ਵੀ ਹੱਲ ਕਰ ਲਿਆ ਹੋਣਾ। ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।